ਕਹਿੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕੱਲੇ ਸਿੱਖਾਂ ਦੀ ਗੱਲ ਕਰਦਾ ਵੀ ਪੰਜਾਬ ਦੇ ਵਿੱਚ ਹਿੰਦੂ ਭਾਈਚਾਰਾ ਵੀ ਹੈ, ਮੁਸਲਿਮ ਭਾਈਚਾਰਾ ਵੀ ਹੈ, ਕ੍ਰਿਸਚਨ ਵੀ ਹੈਗੇ ਨੇ। ਇਹ ਵਿਰਸਾ ਸਿੰਘ ਬਲਟੋਹੇ ਨੇ ਭਿੱਖੀਵਿੰਡ ਵਿਖੇ ਜਾ ਕੇ ਕਬਜ਼ੇ ਕੀਤੇ ਮੰਦਰਾਂ ਦੇ, ਅਸੀਂ ਖੜ ਕੇ ਉਹਨਾਂ ਦੇ ਮੰਦਰਾਂ ਦੇ ਪੱਖ ਦੀ ਗੱਲ ਕਰਕੇ ਵਾਪਸ ਉਹ ਕਬਜ਼ੇ ਤੋਂ ਤੁੜਾਏ ਹੈਗੇ ਆ। ਅਸੀਂ ਮਲੇਰਕੋਟਲੇ ਦੇ ਵਿੱਚ ਜਿਹੜੀ ਸੀਟ ਹੈ ਮੁਸਲਮਾਨਾਂ ਲਈ ਛੱਡੀ ਹੋਈ ਸੀਗੀ। ਇੱਕ ਪਾਸੇ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿ ਅਸੀਂ ਵੱਖਰਾ ਮੁਲਕ ਚਾਹੁੰਦੇ ਹਾਂ, ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ। ਦੂਜੇ ਪਾਸੇ ਤੁਸੀਂ ਉਸੇ ਮੁਲਕ ਦੇ ਸੰਵਿਧਾਨਕ ਤਰੀਕਿਆਂ ਨਾਲ ਜਿਹੜੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਹਿੱਸਾ ਲੈਂਦੇ ਹੋ। ਇਹ ਵੀ ਚੀਜ਼ ਜਿਹੜੀ ਆ ਸਵਾਲ ਖੜੇ ਕਰਦੀ ਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ। ਤੁਹਾਨੂੰ ਬਹੁਤ ਸਾਰੀਆਂ ਗੱਲਾਂ ਲੋਕਾਂ ਨੂੰ ਦੱਸਣੀਆਂ ਪੈਂਦੀਆਂ ਹੋਣਗੀਆਂ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਕਿ ਭਾਈ ਆ ਸਾਡਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ। ਪਰ ਵਿਰੋਧੀਆਂ ਕੋਲ ਤਾਂ ਬੜਾ ਸੌਖਾ ਜਿਹਾ ਢੰਗ ਆ ਨਾ। ਦੇਖੋ ਜੀ, ਉਹ ਵੱਖਰੇ ਮੁਲਕ ਦੀ ਗੱਲ ਕਰਦੇ ਨੇ, ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਨੇ, ਤੁਸੀਂ ਉਹਨਾਂ ਨਾਲ ਕਿਉਂ ਜਾ ਰਹੇ ਹੋ, ਕਿਉਂ ਜਾਓਗੇ? ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥਕ ਪਾਰਟੀ ਕਹਿ ਕੇ ਵੋਟ ਵੀ ਪਾਉਂਦੇ ਨੇ, ਸਪੋਰਟ ਵੀ ਕਰਦੇ ਨੇ। ਕਿੱਥੇ ਕਮੀ ਰਹਿ ਗਈ ਆ? ਵੀ ਜੇ ਤੁਸੀਂ ਗੱਲ ਕਰਦੇ ਹੋ ਸਿੱਖੀ ਦੀ, ਸਿੱਖ ਪੰਥ ਦੇ ਰਖਵਾਲੇ, ਤੁਸੀਂ ਕਹਿੰਦੇ ਹੋ ਵੀ ਅਸੀਂ ਹਰ ਜਗ੍ਹਾ ਪਹੁੰਚਦੇ ਹਾਂ, ਤੇ ਹਕੀਕਤ ਵੀ ਆ, ਤਸਵੀਰਾਂ ਵੀ ਬਿਆਨ ਕਰਦੀਆਂ ਨੇ। ਪਰ ਅਕਾਲੀ ਦਲ ਅੱਜ ਵੀ ਕ੍ਰੈਡਿਟ ਲੈਂਦਾ ਬਾਦਲ ਧੜਾ। ਇਹਦੀ ਬਾਦਲ ਦੀ ਆਪ ਕਹਾਵਤ ਹੈ ਕਿ ਦੇਖੋ ਮਾਨ ਨਾਲ ਲੜ ਜਾਓਗੇ, ਕੁੱਟ-ਕੁੱਟ ਮਰ ਜਾਓਗੇ। ਠੀਕ ਹੈ ਨਾ ਜੀ, ਕਿਉਂਕਿ ਅਸੀਂ ਉਹ ਰਾਈਟਸ ਲਈ, ਜਿਵੇਂ ਤੁਸੀਂ ਕਹਿੰਦੇ ਹੋ ਬੇਅਦਬੀਆਂ ਦੇ ਉੱਤੇ ਅਸੀਂ ਜਾਂਦੇ ਹਾਂ, ਸਾਰਾ ਕੁਝ ਜਾਂਦੇ ਹਾਂ, ਇਹ ਤਾਂ ਛੱਡੇ ਹੋਏ ਆ। ਤੁਸੀਂ ਕਹਿ ਰਹੇ ਹੋ ਕਿ ਸੰਗਤ ਜਾਗਰੂਕ ਹੋਈ ਆ। ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣਾ ਬਾਹਰ ਆਉਂਦੇ ਨੇ ਭੋਗ ਤੇ ਘੰਟੇ ਦੇ ਲਈ, ਉਹ ਤਾਂ ਸ਼ਰੇਆਮ ਕਹਿ ਜਾਂਦੇ ਨੇ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸਰਕਾਰ ਚਾਹੁੰਦਾ ਪੰਜਾਬ ਦੇ ਵਿੱਚ। ਦੂਜੇ ਪਾਸੇ ਸੰਤ ਸਮਾਜ ਨੇ ਬਿਆਨ ਦਿੱਤਾ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੂੰ ਮਦਦ ਕਰੋ। ਤੇ ਮੈਂ ਤਾਂ ਐਂ ਕਹਿੰਦਾ ਕਿ ਜੀ ਜੇ ਆਪਾਂ ਨੂੰ ਸਫਾਈ ਚਾਹੀਦੀ ਹੈ, ਤੁਸੀਂ ਝਾੜੂ ਵਰਤ ਕੇ ਦੇਖ ਲਿਆ, ਪਰ ਤੁਹਾਡੇ ਤੋਂ ਦਾਗ ਨਹੀਂ ਲੱਥਦੇ ਹੈਗੇ। ਹੁਣ ਚੱਕੋ ਬਾਲਟੀ, ਪੋਚਾ ਲਾਓ ਤੇ ਦੇਖੋ ਨਤੀਜੇ ਕੀ ਆ, ਪ੍ਰਧਾਨ ਸਾਹਿਬ ਨੂੰ ਜਿਤਾਓ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਲੋਕ ਵੋਟ ਕਿਉਂ ਪਾਉਣ? ਉਹ ਲੋਕਾਂ ਦੇ ਵਿੱਚ ਮੈਂ ਸਾਰਿਆਂ ਨੂੰ ਇਨਕਲੂਡ ਕਰ ਰਿਹਾ, ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਉਹ ਸਿੱਖ ਵੀ ਜਿਹੜੇ ਜਿਨ੍ਹਾਂ ਦੇ ਕੇਸ ਕੱਟੇ ਨੇ, ਮੇਰੇ ਖੁਦ ਦੇ ਦਾੜੀ ਕੱਟੀ ਹੈ। ਮਤਲਬ ਕਿਉਂਕਿ ਇਹ ਪਰਸੈਪਸ਼ਨ ਵੀ ਬਣਦੀ ਹੈ ਕਿ ਮਾਨ ਸਾਹਿਬ ਕੋਲ ਜਾਣੋ ਡਰ ਲੱਗਦਾ ਜੀ, ਜੇ ਵਾਲ ਕੱਟੇ ਨੇ ਜਾਂ ਮੋਨੇ ਆ ਨਾ ਤਾਂ ਕਿਤੇ ਗੁੱਸੇ ਨਾ ਹੋਣ। ਮੈਂ ਚਾਹੁੰਦਾ ਵੀ ਉਹ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਇਹ ਦੱਸ ਦਿਓ ਕਿ ਵੋਟ ਕਿਉਂ ਪਾਉਣ। ਅੱਛਾ, ਇੱਕ ਨਾ ਅਕਾਲੀ ਦਲ ਦੇ ਵੱਲੋਂ ਇਹ ਵੀ ਇਲਜ਼ਾਮ ਲੱਗਦਾ, ਕਹਿੰਦੇ ਜਿਸ ਤਰੀਕੇ ਭਾਜਪਾ ਨੇ ਨਾ ਮੁਸਲਿਮ ਵੋਟਰਾਂ ਨੂੰ ਥੋੜ੍ਹਾ ਜਿਹਾ ਪਾਸੇ ਕਰਨ ਦੇ ਲਈ ਅਸਦੁੱਦੀਨ ਅਵੈਸੀ ਖੜਾ ਕੀਤਾ, ਉਹਨਾਂ ਦਾ ਕਹਿਣਾ ਕਿ ਉਸੇ ਤਰੀਕੇ ਵੀ ਪੰਥਕ ਵੋਟ ਅਕਾਲੀ ਦਲ ਬਾਦਲ ਨੂੰ ਨਾ ਪੈ ਜਾਵੇ, ਵੀ ਉਹ ਕੁਝ % ਟੁੱਟ ਕੇ ਅਕਾਲੀ ਦਲ ਅੰਮ੍ਰਿਤਸਰ ਨੂੰ ਪੈ ਜਾਵੇ। ਇਸ ਕਰਕੇ ਸ਼ਾਇਦ ਕਹਿੰਦੇ ਵੀ ਬੀਜੇਪੀ ਦੀ ਸਪੋਰਟ ਹੈ। ਕਿਸੇ ਪਾਸੇ ਤੁਹਾਨੂੰ ਬੀਜੇਪੀ ਦਾ ਕਦੇ ਕੋਈ ਸੁਨੇਹਾ ਆਇਆ ਅਕਾਲੀ ਦਲ ਅੰਮ੍ਰਿਤਸਰ ਨੂੰ? ਤੁਸੀਂ ਵੀ ਮਖੌਲ ਕਰ ਲੈਂਦੇ ਹੋ, ਠੀਕ ਹੈ। ਨਹੀਂ, ਉਹ ਲੌਜਿਕ ਨਾਲ ਸਮਝਾ ਰਹੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਬਹੁਤ ਤੇਜ਼ ਨੇ। ਸਭ ਪਾਰਟੀਆਂ ਆਪੋ ਆਪਣੇ ਪੱਧਰ ਦੇ ਉੱਤੇ ਪੂਰੀ ਜ਼ੋਰ ਅਜ਼ਮਾਇਸ਼ ਕਰ ਰਹੀਆਂ ਨੇ ਕਿ ਕਿਸ ਤਰੀਕੇ ਇਸ ਵਿਧਾਨ ਸਭਾ ਚੋਣ ਦੇ ਵਿੱਚ ਜਿੱਤ ਪ੍ਰਾਪਤ ਹੋਵੇ। ਸੋ ਅੱਜ ਮੁਲਾਕਾਤ ਕਰਨ ਦੇ ਲਈ ਆਏ ਹਾਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਸਰਦਾਰ ਇਮਾਨ ਸਿੰਘ ਮਾਨ। ਇਮਾਨ ਜੀ, ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਆਰੀ ਹੈ ਜੀ, ਕਿਵੇਂ ਚੱਲ ਰਿਹਾ ਚੋਣ ਪ੍ਰਚਾਰ? ਬਹੁਤ ਵਧੀਆ ਚੋਣ ਪ੍ਰਚਾਰ ਚੱਲ ਰਿਹਾ ਹੈ। ਆਪਾਂ ਨੇ ਐਤਕਾਂ ਜਿਹੜਾ ਸੈਂਟਰ ਦੀਆਂ ਵਧੀਕੀਆਂ ਹੈਗੀਆਂ ਉਹਦੇ ਬਾਰੇ ਜਾਗਰੂਕ ਜਿਹੜੇ ਕਿਸਾਨ ਮੋਰਚੇ 'ਚ ਸੀਗੇ ਸਾਰੇ ਹੋਏ ਆ। ਜਿਹੜੀ ਸਾਡੀ ਪੁਰਾਣੀ ਲੜਾਈ ਹੈਗੀ ਹੈ, ਜਿਹਦੇ ਵਿੱਚ ਸੂਬਿਆਂ ਦੇ ਹੱਕ ਤੇ ਸਾਡੇ ਸਿੱਖ ਕੌਮ ਲਈ ਰਹਿਣ ਨੂੰ ਥਾਂ, ਉਹ ਹੁਣ ਲੋਕ ਸਮਝਦੇ ਆ ਤੇ ਚਾਹੁੰਦੇ ਆ। ਤੇ ਅਸੀਂ ਜਦ ਅਪੀਲ ਕਰਦੇ ਹੈਗੇ, ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈਗਾ। ਉਹ ਸਵਾਲ ਨਾ ਮਾਨ ਸਾਹਿਬ ਕੋਲੋਂ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਮਾਨ ਜੀ, ਇੱਕ ਨਾ ਲੋਕਾਂ ਦੇ ਵਿੱਚ ਚਰਚਾ ਹੁੰਦੀ ਆ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਕੱਲੇ ਸਿੱਖਾਂ ਦੀ ਗੱਲ ਕਰਦਾ, ਵੀ ਪੰਜਾਬ ਦੇ ਵਿੱਚ ਹਿੰਦੂ ਭਾਈਚਾਰਾ ਵੀ ਹੈ, ਮੁਸਲਿਮ ਭਾਈਚਾਰਾ ਵੀ ਹੈ, ਕ੍ਰਿਸਚਨ ਵੀ ਹੈਗੇ ਨੇ। ਸੋ ਮੈਂ ਚਾਹੁੰਦਾ ਵੀ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ, ਵੀ ਤੁਹਾਡਾ ਜਿਹੜਾ ਇਹ ਚੋਣ ਦਾ ਜਿਹੜਾ ਕੋਈ ਵੀ ਪਰਪਸ ਹੋਊਗਾ, ਲੋਕਾਂ ਦੀ ਕਚਹਿਰੀ ਜਦੋਂ ਜਾਂਦੇ ਹੋ, ਬਹੁਤ ਸਾਰੇ ਲੋਕ ਘੋਸ਼ਣਾ ਪੱਤਰ ਲੈ ਕੇ ਆਉਂਦੇ ਨੇ, ਕੋਈ ਗਰੰਟੀਆਂ ਦੇ ਰਿਹਾ, ਤੁਸੀਂ ਬਾਕੀ ਸਮਾਜ ਦੇ ਲਈ ਕੀ ਵਾਅਦੇ ਕਰ ਰਹੇ ਹੋ ਲੋਕਾਂ ਦੇ ਨਾਲ? ਇਹ ਲੋਕਾਂ ਦੇ ਮਨ 'ਚ ਭੁਲੇਖਾ ਹੈ, ਕਿਉਂਕਿ ਸਾਡਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਤੋਰਿਆ ਹੋਇਆ ਇਹ ਧਰਮ ਹੈ, ਇਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈਗਾ। ਇਹਦੇ ਵਿੱਚ
ਨੌਵੇਂ ਪਾਤਸ਼ਾਹ ਨੇ ਆਪਣਾ ਸੀਸ ਗਵਾ ਲਿਆ ਸੀ, ਪਰ ਹਿੰਦੂਆਂ ਦੇ ਮਨੁੱਖੀ ਅਧਿਕਾਰਾਂ ਤੇ ਪਹਿਰਾ ਦਿੱਤਾ ਹੈ। ਸਾਡੀ ਪਾਰਟੀ ਨੇ ਮੁੱਢ ਤੋਂ ਪੰਜਾਬ ਦੀ ਗੱਲ ਕੀਤੀ ਹੈਗੀ ਹੈ, ਸਮੂਹ ਧਰਮਾਂ ਦੀ ਗੱਲ ਕੀਤੀ ਹੈ। ਜੇ ਵਿਰਸਾ ਸਿੰਘ ਬਲਟੋਹੇ ਨੇ ਭਿੱਖੀਵਿੰਡ ਵਿਖੇ ਜਾ ਕੇ ਕਬਜ਼ੇ ਕੀਤੇ ਮੰਦਰਾਂ ਦੇ, ਅਸੀਂ ਖੜ ਕੇ ਉਹਨਾਂ ਦੇ ਮੰਦਰਾਂ ਦੇ ਪੱਖ ਦੀ ਗੱਲ ਕਰਕੇ ਵਾਪਸ ਉਹ ਕਬਜ਼ੇ ਤੋਂ ਤੁੜਾਏ ਹੈਗੇ ਆ। ਜੇ ਆਪਾਂ ਬਾਬਰੀ ਮਸਜਿਦ ਦੀ ਗੱਲ ਕਰਦੇ ਹਾਂ, ਉੱਥੇ ਖੜੇ ਹੈਗੇ ਆ। ਅਫਸੋਸ ਦੀ ਗੱਲ ਇਹ ਹੈ ਕਿ ਜਿਹੜਾ ਅੱਜ ਦਾ ਮੁਖਤਾਰ ਹੈ ਉਹ ਟਾਰਗੇਟ ਮਾਈਨੋਰਿਟੀਜ਼ ਨੂੰ ਕਰਦਾ ਹੈਗਾ, ਤੇ ਜਿਹੜੇ ਤਸੀਹੇ ਤਸ਼ੱਦਦ 1984 ਤੋਂ ਅੱਜ ਤੱਕ ਚੱਲੇ ਆ ਰਹੇ ਆ, ਧਰਮ ਯੁੱਧ ਮੋਰਚੇ ਤੇ ਦੇਖੇ ਆ, ਉਹ ਟਾਰਗੇਟ ਜਦ ਸਿੱਖ ਹੋ ਜਾਂਦੇ ਹੈਗੇ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ, ਸਾਨੂੰ ਉੱਥੇ ਖੜਨਾ ਪੈਂਦਾ ਹੈਗਾ। ਕਿਉਂਕਿ ਅੱਜ ਦੇ ਦਿਨ ਹੋਰ ਕੋਈ ਪਾਰਟੀ ਗੁਰੂ ਸਾਹਿਬ ਦੇ ਨਾਲ ਖੜਨ ਤੋਂ ਇਨਕਾਰ ਕਰ ਰਹੀ ਹੈਗੀ ਆ। ਅਕਾਲੀਆਂ ਨੇ DGP ਸਮੇਤ ਸੈਣੀ ਰੱਖ ਲਿਆ, ਇਹ ਕਾਂਗਰਸੀਆਂ ਗੱਲਾਂ ਕਰੀ ਜਾਂਦੇ ਆ, ਹਜੇ ਤੱਕ ਕੋਈ ਕੇਸ ਨਹੀਂ ਸਿਰੇ ਲੱਗਿਆ, ਤੇ ਸਾਨੂੰ ਇਹ ਇਸ਼ੂ ਆਪ ਚੱਕਣੇ ਪੈਂਦੇ ਆ ਕਿਉਂਕਿ ਹੋਰ ਭੱਜ ਗਏ ਹੈਗੇ ਆ। ਇੱਕ ਸਵਾਲ ਉੱਠਦਾ ਨਾ ਕਿ ਤੁਹਾਡੀ ਪਾਰਟੀ ਨੇ ਬਾਕੀ ਧਰਮਾਂ ਦੇ ਕਿੰਨੇ ਕੈਂਡੀਡੇਟਸ ਨੂੰ ਟਿਕਟ ਦਿੱਤੀ ਆ, ਕਿੰਨੇ ਹਿੰਦੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਟਿਕਟ ਦਿੱਤੀ ਆ? ਐਤਕਾ ਅਸੀਂ ਤਕਰੀਬਨ 93 ਥਾਵਾਂ ਤੇ ਆਪਣੇ ਕੈਂਡੀਡੇਟ ਖੜਾਏ ਹੈਗੇ ਆ, ਔਰ ਉਹਦੇ ਵਿੱਚ ਮੇਰਾ ਨਹੀਂ ਖਿਆਲ ਕਿ ਅਸੀਂ ਐ ਵਖਰੇਵਾਂ ਕੀਤਾ ਹੈਗਾ ਕਿ ਕਿਸੇ ਧਰਮ ਨੂੰ ਨਾ ਦਈਏ। ਅਸੀਂ ਮਲੇਰਕੋਟਲੇ ਦੇ ਵਿੱਚ ਜਿਹੜੀ ਸੀਟ ਹੈ ਮੁਸਲਮਾਨਾਂ ਲਈ ਛੱਡੀ ਹੋਈ ਸੀਗੀ, ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਵੇਂ ਬਾਦਲ ਨੇ ਇੰਨੇ ਸਾਲ ਪ੍ਰਚਾਰ ਕੀਤਾ ਹੈਗਾ ਕਿ ਇਹ ਮਾੜੇ ਬੰਦੇ ਹੈ, ਸਾਡੇ ਉੱਤੇ ਇੰਨੀ ਓਪਰੇਸ਼ਨ ਹੋਈ ਹੈ ਕਿ ਲੋਕ ਸਾਡੇ ਨਾਲ ਖੜਨ ਤੋਂ ਇਨਕਾਰ ਕਰਦੇ ਆ, ਤੇ ਇਹ ਤਾਂ ਜਿਹੜੇ ਸੋਚ ਨਾਲ ਖੜੇ ਆ ਉਹਨਾਂ ਨੇ ਜਾ ਕੇ ਹਿੰਮਤ ਕੀਤੀ ਹੈਗੀ ਹੈ। ਅਫਸੋਸ ਦੀ ਗੱਲ ਇਹ ਹੈ ਸਾਡੇ ਨਾਲ ਜਿਹੜਾ ਹਿੰਦੂ ਭਾਈਚਾਰਾ ਹੈਗਾ ਇੰਨਾ ਲਗਾਅ ਰੱਖਦਾ ਨਹੀਂ ਹੈਗਾ, ਕਿਉਂਕਿ ਇਹ ਸਾਨੂੰ ਐਂ ਦੇਖਦੇ ਆ ਕਿ ਅਸੀਂ ਆਪਣੇ ਹੱਕਾਂ ਤੇ ਪਹਿਰਾ ਦਿੰਦੇ ਹੈਗੇ ਆ। ਪਰ ਇਹ ਗੱਲ ਨਹੀਂ ਹੈਗੀ ਕਿ ਹਿੰਦੂ ਭਾਈਚਾਰਾ ਸਾਡੇ ਨਾਲ ਤੁਰਦਾ ਨਹੀਂ ਹੈਗਾ। ਬਹੁਤ ਵਾਰੀ ਸਾਡੇ ਕੇਸਾਂ ਵਿੱਚ ਸਾਡੇ ਵਕੀਲ ਸਾਡੇ ਮਨੁੱਖੀ ਅਧਿਕਾਰਾਂ ਦੇ ਕੇਸਾਂ ਦੇ ਵਿੱਚ ਨਾਲ ਤੁਰੇ ਹੈਗੇ ਆ। ਜੇ ਕੈਂਡੀਡੇਟ ਐਤਕੀ ਨਹੀਂ ਐਲਾਨ ਹੋਏ ਕਿਸੇ ਹੋਰ ਕੌਮ ਦੇ, ਇਹਦਾ ਮਤਲਬ ਸਾਡੇ ਮਨ 'ਚ ਕੋਈ ਵਖਰੇਵਾਂ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਹਜੇ ਲੋਕਾਂ ਦੇ ਮਨ 'ਚ ਉਹ ਜਿਹੜਾ ਭੈ ਸਟੇਟ ਨੇ ਪਾਇਆ ਹੋਇਆ ਕਿ ਇਹਨਾਂ ਨਾਲ ਤੁਰਨ ਨਾਲ ਖਤਰਾ ਹੈ, ਉਹ ਹਜੇ ਲੱਥਿਆ ਨਹੀਂ ਹੈ। ਇੱਕ ਪਾਸੇ ਗੱਲ ਕਰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿ ਅਸੀਂ ਵੱਖਰਾ ਮੁਲਕ ਚਾਹੁੰਦੇ ਹਾਂ, ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ। ਦੂਜੇ ਪਾਸੇ ਤੁਸੀਂ ਉਸੇ ਮੁਲਕ ਦੇ ਸੰਵਿਧਾਨਕ ਤਰੀਕਿਆਂ ਨਾਲ ਜਿਹੜੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਹਿੱਸਾ ਲੈਂਦੇ ਹੋ। ਇਹ ਵੀ ਚੀਜ਼ ਜਿਹੜੀ ਆ ਸਵਾਲ ਖੜੇ ਕਰਦੀ ਆ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ। ਕਿਹੜੇ ਸਵਾਲ ਵੀ ਤੁਸੀਂ ਕੱਲ ਨੂੰ ਜੇ ਮੰਨ ਕੇ ਚਲੋ ਮਾਨ ਸਾਹਿਬ ਚੁਣ ਕੇ ਜਦੋਂ ਤੁਸੀਂ ਜਾਣਾ ਆ, ਤੁਸੀਂ ਵਿਧਾਨ ਸਭਾ 'ਚ ਜਾਣਾ, ਤੁਸੀਂ MP ਦੀਆਂ ਚੋਣਾਂ ਦੇ ਵਿੱਚ ਜਿੱਤ ਕੇ ਜਾਣਾ, ਤਾਂ ਉੱਥੇ ਸਹੁੰ ਚੁੱਕਦੇ ਨੇ। ਜਦ ਨਹਿਰੂ ਗਾਂਧੀ ਇੰਗਲੈਂਡ ਬਰਤਾਨੀਆ ਗਏ ਸੀ, ਉਹ ਕਿਹੜੀ ਪਾਸਪੋਰਟ ਤੇ ਗਏ ਸੀ? ਬ੍ਰਿਟਿਸ਼ ਪਾਸਪੋਰਟ ਤੇ। ਮੰਗਦੇ ਦੇਸ਼ ਵੱਖਰਾ ਸੀਗਾ, ਉਹਨਾਂ ਦੀ ਮਜਬੂਰੀ ਸੀ ਕਿ ਉਸ ਪਾਸਪੋਰਟ ਤੇ ਉਹਨਾਂ ਨੇ ਤੁਰਨਾ ਹੈਗਾ, ਫਿਰ ਉਹ ਵੀ ਗਲਤ ਸੀਗੇ। ਇਹ ਤਾਂ ਜੀ ਹੁਣ ਸਾਡੀਆਂ ਮਜਬੂਰੀਆਂ ਹੈ। ਅਸੀਂ ਲੋਕ ਵਿਚਾਰ 'ਚ ਰਹਿਣਾ ਹੈ, ਅਸੀਂ ਜਮਹੂਰੀਅਤ ਨੂੰ ਪਸੰਦ ਕਰਦੇ ਹਾਂ, ਅਸੀਂ ਇਨਸਾਫ ਨੂੰ ਪਸੰਦ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਵਾਰ-ਵਾਰ ਕਿ ਅਸੀਂ ਆਪਣੀ ਗੱਲ ਇੱਥੇ ਰੱਖੀਏ। ਪਹਿਲਾਂ ਅਸੀਂ ਅੰਮ੍ਰਿਤਸਰ ਐਲਾਨਨਾਮਾ ਕੀਤਾ, ਪਰ ਸਾਡੇ ਉੱਤੇ ਹੋਰ ਜ਼ਬਰ ਹੋਇਆ। ਅਸੀਂ ਆਪਣੇ ਹੋਮਲੈਂਡ ਤੇ ਹੁਣ ਜੇ ਗੱਲ ਕਰਦੇ ਹਾਂ, ਸਾਡੀ ਮਜਬੂਰੀ ਹੈ ਕਿ ਜਿੱਥੇ ਅਸੀਂ ਵੱਸਦੇ ਹਾਂ ਉੱਥੇ ਅਸੀਂ ਕਰਦੇ ਹੈਗੇ ਆ। ਜੇ ਸਾਡੇ ਕੋਲੇ ਕੋਈ ਹੋਰ ਰਾਹ ਹੁੰਦਾ ਅਸੀਂ ਉਹ ਲੈਂਦੇ, ਪਰ ਅਸੀਂ ਜਿਹੜਾ ਇਹ ਹਥਿਆਰਬੰਦ ਰਾਹ ਹੈ ਉਹ ਅਸੀਂ ਬਿਲਕੁਲ ਨਹੀਂ ਅਪਣਾਇਆ ਹੈਗਾ। ਅਸੀਂ ਅਮਨ ਪਸੰਦ ਜਮਹੂਰੀਅਤ ਪਸੰਦ ਤਰੀਕਾ ਅਪਣਾਇਆ ਹੈਗਾ। ਭਗਤ ਸਿੰਘ ਵੀ ਹੋਰ ਵੀ ਹੈਗੇ ਤਾਂ ਬ੍ਰਿਟਿਸ਼ ਸਿਟੀਜ਼ਨ ਸੀਗੇ, ਪਰ ਆਜ਼ਾਦੀ ਮੰਗਦੇ ਸੀ, ਉਹਨਾਂ ਦੀ ਮਜਬੂਰੀ ਸੀ, ਸਾਡੀ ਵੀ ਹੈਗੀ। ਪਰ ਵਿਰੋਧੀਆਂ ਕੋਲੇ ਬੜਾ ਸੌਖਾ ਜਿਹਾ ਤਰੀਕਾ ਹੈ ਨਾ। ਤੁਸੀਂ ਤਾਂ ਪ੍ਰਚਾਰ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਲੋਕਾਂ ਨੂੰ ਦੱਸਣੀਆਂ ਪੈਂਦੀਆਂ ਹੋਣਗੀਆਂ, ਹਿੰਦੂਆਂ ਨੂੰ ਮੁਸਲਮਾਨਾਂ ਨੂੰ, ਕਿ ਭਾਈ ਆ ਸਾਡਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ। ਪਰ ਵਿਰੋਧੀਆਂ ਕੋਲ ਤਾਂ ਬੜਾ ਸੌਖਾ ਜਿਹਾ ਢੰਗ ਆ ਨਾ। ਦੇਖੋ ਜੀ, ਉਹ ਵੱਖਰੇ ਮੁਲਕ ਦੀ ਗੱਲ ਕਰਦੇ ਨੇ, ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਨੇ, ਤੁਸੀਂ ਉਹਨਾਂ ਨਾਲ ਕਿਉਂ ਜਾ ਰਹੇ ਹੋ, ਕਿਉਂ ਜਾਓਗੇ? ਦੇਖੋ, ਇਹ ਹਰੇਕ ਦੀ ਆਪਣੀ ਆਪਣੀ ਸੋਚ ਹੈਗੀ ਹੈ, ਵਿਰੋਧੀਆਂ ਦੀ ਆਪਣੀ ਸੋਚ ਹੈਗੀ ਹੈ, ਪਰ ਜਿਹੜੀ ਆਜ਼ਾਦੀ ਵਿਰੋਧੀਆਂ ਨੇ ਦਵਾਈ ਹੈ ਉਹ ਵੀ ਬ੍ਰਿਟਿਸ਼ ਸਿਟੀਜ਼ਨਸ ਨੇ ਦਵਾਈ ਹੈ। ਗਾਂਧੀ ਵੀ ਬ੍ਰਿਟਿਸ਼ ਸਿਟੀਜ਼ਨ ਸੀ, ਨਹਿਰੂ ਵੀ ਬ੍ਰਿਟਿਸ਼ ਸਿਟੀਜ਼ਨ ਸੀਗਾ। ਇਹ ਤਾਂ ਜਦ ਆਜ਼ਾਦ ਹੋਏ ਸੋ ਮਿਲਿਆ, ਤੇ ਜੋ ਅੱਗੇ ਉਹਨਾਂ ਦਾ ਵਤੀਰਾ ਰਿਹਾ ਉਹ ਦੇਖਣ ਵਾਲੀ ਗੱਲ ਹੈਗੀ ਹੈ। ਅੱਜ ਜੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਅਸੀਂ ਦੇਸ਼ ਕਹਿੰਦੇ ਹਾਂ ਕਿ ਚੱਲਣਾ ਚਾਹੀਦਾ, ਉਹਦੇ ਪ੍ਰਿੰਸੀਪਲ 'ਤੇ ਚੱਲਣਾ ਚਾਹੀਦਾ ਹੈ,
ਜਿਹੜੀ ਅੱਜ ਹਕੂਮਤ ਹਾਵੀ ਆ ਉਹ ਕਹਿੰਦੀ ਹੈ ਰਾਮ ਰਾਜ ਚਾਹੀਦਾ, ਉਹ ਕਹਿੰਦਾ ਹਿੰਦੂ ਹਿੰਦੀ ਹਿੰਦੁਸਤਾਨ। ਸੋ ਲੋਕੀ ਸਮਝਦੇ ਆ ਕਿ ਹਰੇਕ ਆਪਣੀ ਕੌਮ ਦੀ ਗੱਲ ਕਰਦਾ ਹੈਗਾ, ਹਰੇਕ ਆਪਣੇ ਸੋਚ ਦੇ ਨਾਲ ਚੱਲਦਾ ਹੈਗਾ, ਕੋਈ ਅਣਜਾਣ ਨਹੀਂ ਹੈਗਾ। ਉਰੇ ਹੁਣ ਸਭ ਤੋਂ ਪਹਿਲਾਂ ਰਾਜ ਇੱਥੇ ਹੀ ਖਾਲਸਾ ਰਾਜ ਸਥਾਪਿਤ ਹੋਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਉਹਦੇ ਵਿੱਚ ਆਜ਼ਾਦੀਆਂ ਦਿੱਤੀਆਂ ਹੈਗੀਆਂ, ਉਹਦੇ ਵਿੱਚ ਉਹਨਾਂ ਨੇ ਆਪਣਾ ਸੋਚ ਨੂੰ ਪ੍ਰਗਟਾਇਆ ਹੈਗਾ। ਸੋ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਗੁਰੂਆਂ ਦੀ ਸੋਚ, ਸਰਬੱਤ ਦੇ ਭਲੇ, ਵੰਡ ਛਕ, ਇਹ ਸਾਰੀਆਂ ਗੱਲਾਂ ਨੂੰ ਅਸੀਂ ਸਾਹਮਣੇ ਲੈ ਕੇ ਆਈਏ, ਸਮਝਾਈਏ। ਵਿਰੋਧੀਆਂ ਨੇ ਵਿਰੋਧ ਕਰਨਾ ਜੀ, ਇਹ ਤਾਂ ਹੈ। ਸਿੱਖੀ ਸਿਧਾਂਤਾਂ ਦੀ ਗੱਲ ਜੇ ਸਭ ਤੋਂ ਵੱਧ ਇਸ ਵੇਲੇ ਕੋਈ ਪਾਰਟੀ ਕਰਦੀ ਹੈ, ਤੁਹਾਡੀ ਪਾਰਟੀ ਕਰਦੀ ਹੈ। ਕਿਤੇ ਵੀ ਬੇਅਦਬੀ ਹੁੰਦੀ ਹੈ ਤਾਂ ਤੁਸੀਂ ਪਹੁੰਚਦੇ ਹੋ, ਪਰ ਫਿਰ ਵੀ ਬਹੁਤ ਲੋਕ ਇਹੋ ਜਿਹੇ ਨੇ ਜਿਹੜੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੰਥਕ ਪਾਰਟੀ ਕਹਿ ਕੇ ਵੋਟ ਵੀ ਪਾਉਂਦੇ ਨੇ, ਸਪੋਰਟ ਵੀ ਕਰਦੇ ਨੇ। ਕਿਉਂ, ਕੀ ਕਿੱਥੇ ਕਮੀ ਰਹਿ ਗਈ ਆ? ਵੀ ਜੇ ਤੁਸੀਂ ਗੱਲ ਕਰਦੇ ਹੋ ਸਿੱਖੀ ਦੀ, ਸਿੱਖ ਪੰਥ ਦੇ ਰਖਵਾਲੇ, ਤੁਸੀਂ ਕਹਿੰਦੇ ਹੋ ਵੀ ਅਸੀਂ ਹਰ ਜਗ੍ਹਾ ਪਹੁੰਚਦੇ ਹਾਂ, ਤੇ ਹਕੀਕਤ ਵੀ ਆ, ਤਸਵੀਰਾਂ ਵੀ ਬਿਆਨ ਕਰਦੀਆਂ ਨੇ, ਪਰ ਅਕਾਲੀ ਦਲ ਅੱਜ ਵੀ ਕ੍ਰੈਡਿਟ ਲੈਂਦਾ ਬਾਦਲ ਧੜਾ। ਜੋ 1999 ਤੋਂ ਸਰ ਸਿਮਰਨਜੀਤ ਸਿੰਘ ਮਾਨ ਨੇ ਲਹਿਰ ਫੜੀ ਹੈ ਹਿਊਮਨ ਰਾਈਟਸ ਦੀ ਰਖਵਾਲੀ ਕਰਨੀ, ਜਿੱਥੇ ਪੁਲਿਸ ਨੇ ਟਾਡਾ ਡਿਸਟਰਬਡ ਏਰੀਆ ਐਕਟ ਲਾ ਕੇ ਸਾਡੇ ਧਾਰਾ 19 ਤੇ 21 ਸਾਡੇ ਹਿਊਮਨ ਰਾਈਟਸ ਤੇ ਫਰੀडम्स ਦੇ ਉੱਤੇ ਸਟੇਟ ਨੇ ਵਾਰ ਕੀਤਾ। ਜਥੇਦਾਰ ਪੌਂਕੇ ਸਾਡੇ ਪਾਰਟੀ ਦੇ ਮਰਡਰ ਕੀਤੇ ਗਏ, ਉਹਨਾਂ ਦੀ ਰਿਪੋਰਟ ਫਾਈਲ ਕੀਤੀ ਹੈ। ਅਸੀਂ ਮਨੁੱਖੀ ਅਧਿਕਾਰਾਂ ਦੇ ਦਾਇਰੇ 'ਚ ਰਹੇ ਹਾਂ ਤੇ ਅਸੀਂ ਇੰਨੇ ਸਾਹਮਣੇ ਕੀਤੇ ਹੈ ਜਿਹਦੇ ਵਿੱਚ ਸਾਡੇ ਆਏ ਵਾਰੀ ਘਰਾਂ ਤੇ ਰੇਡਾਂ ਪੈਣੀਆਂ, ਜਥੇਦਾਰ ਚੱਕ ਲੈਣੇ, ਥਾਣਿਆਂ 'ਚ ਕੁੱਟ-ਕੁੱਟ ਕੇ ਮਾਰ ਕੇ ਉਹਨਾਂ ਨੂੰ ਖਤਮ ਕਰਤਾ ਹੈਗਾ। ਉੱਥੇ ਬਾਦਲ ਸਾਹਿਬ ਨੇ ਜਾ ਕੇ ਮੋਗੇ 'ਚ ਰੈਲੀ ਕਰਕੇ ਅਨੰਦਪੁਰ ਸਾਹਿਬ ਦਾ ਮਤਾ ਰੱਦ ਕਰਕੇ ਸੈਂਟਰ ਪੱਖੀ ਸੋਚ ਅਪਣਾ ਲਈ ਸੀਗੀ, ਸੂਬਿਆਂ ਦੇ ਹੱਕ ਛੱਡਤੇ ਸੀ, ਜਿਸ ਕਰਕੇ ਹਰਸਿਮਰਤ ਨੇ ਸਾਡੇ ਸੂਬਿਆਂ ਦੇ ਜ਼ਿਮੀਂਦਾਰਾਂ ਦੇ ਹੱਕ ਉਹਨੇ ਦਸਤਖਤ ਕਰਕੇ ਦੇਤੇ ਸੀਗੇ। ਇਹ ਸੈਂਟਰ ਨਾਲ ਮਿਲ ਗਏ ਹੈਗੇ ਆ। ਇਹਦਾ ਨਤੀਜਾ ਇਹ ਰਿਹਾ ਹੈ ਕਿ ਸਾਡੇ ਪਾਰਟੀ ਦੇ ਜਥੇਦਾਰਾਂ ਉੱਤੇ ਲਗਾਤਾਰ ਜ਼ਬਰ ਹੁੰਦਾ ਹੋਇਆ ਤੇ ਇਹਦੀ ਬਾਦਲ ਦੀ ਆਪ ਕਹਾਵਤ ਹੈ ਕਿ ਦੇਖੋ ਮਾਨ ਨਾਲ ਲੜ ਜਾਓਗੇ, ਕੁੱਟ-ਕੁੱਟ ਮਰ ਜਾਓਗੇ। ਠੀਕ ਹੈ ਨਾ ਜੀ, ਕਿਉਂਕਿ ਅਸੀਂ ਉਹ ਰਾਈਟਸ ਲਈ, ਜਿਵੇਂ ਤੁਸੀਂ ਕਹਿੰਦੇ ਹੋ ਬੇਅਦਬੀਆਂ ਦੇ ਉੱਤੇ ਅਸੀਂ ਜਾਂਦੇ ਹਾਂ, ਸਾਰਾ ਕੁਝ ਜਾਂਦੇ ਹਾਂ, ਇਹ ਤਾਂ ਛੱਡੇ ਹੋਏ ਆ। ਇਹਨਾਂ ਨੇ ਹੁਣ ਜਿਹੜਾ ਪ੍ਰਚਾਰ ਤੇ ਦੱਸਿਆ ਹੋਇਆ ਕਿ ਉੱਥੇ ਤੁਸੀਂ ਮਾਰਕੁੱਟ ਖਾਓਗੇ, ਇੱਥੇ ਤੁਸੀਂ ਮੌਜਾਂ ਕਰੋਗੇ। ਸੋ ਲੋਕਾਂ ਦੇ ਉੱਤੇ ਇੰਨੇ ਤਸੀਹੇ ਤਸ਼ੱਦਦ KPS ਗਿੱਲ, ਅਜ਼ਾਰ ਆਲਮ, ਸੁਮੇਧ ਸੈਣੀ ਨੇ ਕੀਤੇ ਹੋਏ ਆ। ਪੁਲਿਸ ਨੇ ਇੰਨਾ ਜ਼ਬਰ ਕੀਤਾ ਹੋਇਆ ਕਿ ਲੋਕੀ ਕਹਿੰਦੇ ਆ ਕਿ ਅਸੀਂ ਜੂਣਾ ਹੈ, ਅਸੀਂ ਆਪਣੇ ਹੱਕਾਂ ਦੇ ਉੱਤੇ ਉਹਨਾਂ ਪੈਰਾ ਨਹੀਂ ਦੇ ਸਕਦੇ, ਸਾਨੂੰ ਜੂਣ ਦਿਓ। ਤੇ ਇਹ ਬਾਦਲ ਸਾਹਿਬ ਦੀ ਪਾਰਟੀ ਨੇ ਇਸ ਗੱਲ ਦਾ ਫਾਇਦਾ ਲਿੱਤਾ ਕਿ ਸੌਖਾ ਰਾਹ ਜਿਹੜਾ ਮਿਲਦਾ ਉਸ 'ਤੇ ਤੁਰੀਏ। ਪਰ ਅੱਜ ਦੇ ਦਿਨ ਜਿਹੜੀ ਇਹ ਜਾਗਰੂਕ ਹੋਈ ਹੈਗੀ ਹੈ ਸੰਗਤ, ਜਿਨਨੇ ਦੇਖਿਆ ਸਾਡੇ ਹੱਕ ਮਾਰਦੇ ਹੈ, ਦਿੱਲੀ ਜਾ ਕੇ ਇਹਨਾਂ ਨੇ ਹੱਕ ਲਿੱਤੇ ਹੈ, ਉਹ ਹੁਣ ਗੱਲ ਸਮਝਦੀ ਹੈ ਕਿ ਆਪਣੇ ਹੱਕਾਂ ਦੇ ਉੱਤੇ ਖੜਨ ਦਾ ਸਾਡਾ ਇੱਕ ਇਤਿਹਾਸਿਕ ਤੌਰ ਤੇ ਅਕਾਲੀ ਦਲ ਦਾ ਰੋਲ ਰਿਹਾ ਹੈਗਾ। ਉਹ ਮੁੜ ਅੱਜ ਸਾਨੂੰ ਅਕਾਲੀ ਮੰਨਦੇ ਹੈਗੇ ਆ, ਇਹਨਾਂ ਨੂੰ ਛੱਡ ਰਹੇ ਆ, ਇਹਨਾਂ ਨੂੰ ਔਕੜਾਂ ਆ ਰਹੀਆਂ। ਤੁਸੀਂ ਕਹਿ ਰਹੇ ਹੋ ਕਿ ਸੰਗਤ ਜਾਗਰੂਕ ਹੋਈ ਆ। ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣਾ ਬਾਹਰ ਆਉਂਦੇ ਨੇ ਭੋਗ ਤੇ ਘੰਟੇ ਦੇ ਲਈ, ਉਹ ਤਾਂ ਸ਼ਰੇਆਮ ਕਹਿ ਜਾਂਦੇ ਨੇ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸਰਕਾਰ ਚਾਹੁੰਦਾ ਪੰਜਾਬ ਦੇ ਵਿੱਚ। ਦੂਜੇ ਪਾਸੇ ਸੰਤ ਸਮਾਜ ਨੇ ਬਿਆਨ ਦਿੱਤਾ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੂੰ ਮਦਦ ਕਰੋ। ਦੇਖੋ ਜੀ, ਮੇਰੇ ਪਿਤਾ 5 ਸਾਲ ਜੇਲ੍ਹ 'ਚ ਰਹੇ ਆ, ਉਹਨਾਂ ਦੀ ਦ੍ਰਿੜਤਾ ਤੇ ਹਿੰਮਤ ਸੀ ਕਿ ਕਦੀ ਝੁਕੇ ਨਹੀਂ। ਠੀਕ ਹੈ ਨਾ ਜੀ। ਤੇ ਜੋ ਕੰਮ ਰਾਜੋਆਣਾ ਸਾਹਿਬ ਨੇ ਕੀਤਾ ਹੈ, ਜਿਹੜੇ ਤਸੀਹੇ ਤਸ਼ੱਦਦ ਉਹਨਾਂ ਨੇ ਚੱਲੇ ਆ, ਜਿੰਨਾ ਟਾਈਮ ਉਹਨਾਂ ਨੇ ਜੇਲ੍ਹ 'ਚ ਕੱਟਿਆ ਹੈਗਾ, ਮੇਰੇ ਵਰਗਾ ਬੰਦਾ ਸਿਰਫ ਤੇ ਸਿਰਫ ਉਹਨਾਂ ਦੀ ਹਮਾਇਤ ਕਰਦਾ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਉਹ ਮਹਾਰਾਜ ਇਹਨਾਂ ਦੀ ਦੇਖ ਰੇਖ ਕਰੇ। ਜੇ ਇਹਨਾਂ ਦੀਆਂ ਕਹਿਣ ਨੂੰ ਕੁਛ ਇਹਨਾਂ ਦਾ ਹੈਗਾ, ਮੈਂ ਕਦੀ ਉਹਨਾਂ ਦਾ ਵਿਰੋਧ ਨਹੀਂ ਕਰਦਾ ਹੈਗਾ। ਉਹਨਾਂ ਨੇ ਜਿਸ ਸਥਿਤੀ 'ਚ ਹੈਗੇ, ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਆਜ਼ਾਦੀ ਮਿਲੇ, ਇਹਨਾਂ ਨੂੰ ਬਾਹਰ ਆਉਣ ਦਾ ਮੌਕਾ ਮਿਲੇ, ਜਿਹੜਾ ਰਾਹ ਇਹਨਾਂ ਨੂੰ ਮਿਲਦਾ ਹੈਗਾ ਉਸ ਰਾਹ ਆ ਜਾਣ। ਅਸੀਂ ਤਾਂ ਉਹਨਾਂ ਦੇ ਸ਼ੁਭ ਕਾਮਨਾ ਦੀਆਂ ਅਰਦਾਸਾਂ ਕਰਦੇ ਹਾਂ। ਸਾਨੂੰ ਇਹਦੇ ਨਾਲ ਕੋਈ ਮਨ 'ਤੇ ਠੇਸ ਨਹੀਂ ਲੱਗਦੀ। ਜਿਸ ਸਥਿਤੀ 'ਚ ਉਹ ਹੈਗੇ, ਉਹ ਆਪਣਾ ਰਾਹ ਲੱਭ ਲੈਣ, ਅਸੀਂ ਉਰੇ ਆ ਕੇ ਉਹਨਾਂ ਨੂੰ ਤਾਂ ਵੀ ਸਤਿਕਾਰ ਦੇਵਾਂਗੇ। ਮਾਨ ਸਿੰਘ ਜੀ, ਇੱਕ ਪਰਸਨਲ ਸਵਾਲ ਹੈ। ਕਿਹਾ ਜਾਂਦਾ ਨਾ ਕਿ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਦੇ ਸਹਾਰੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਜਿਹੜੇ ਨੇ ਵਿਦੇਸ਼ਾਂ 'ਚ ਸੈੱਟ ਹੋ ਗਏ, ਕਿੰਨੇ ਕੁ ਪਰਿਵਾਰਾਂ ਦਾ ਸਹਾਰਾ ਬਣੇ ਨੇ। ਮਾਨ ਸਿੰਘ ਮਾਨ ਕਿਉਂ ਨਹੀਂ ਵਿਦੇਸ਼ ਦੇ ਵਿੱਚ ਸੈਟਲ ਹੋਏ? ਕਿਉਂਕਿ ਜਦੋਂ ਇੰਨੇ ਹਜ਼ਾਰਾਂ ਨੂੰ ਤੁਸੀਂ ਬਾਹਰ ਇੱਕ ਵਧੀਆ ਜੀਵਨ ਜਿਹੜਾ ਆ ਉਹ ਜਿਉਣ ਦਾ ਕਹਿ ਲਓ ਵੀ ਤਰੀਕਾ ਦੇਤਾ, ਇੱਧਰ ਨਹੀਂ ਸੀ ਕਮਾਉਂਦੇ, ਇੱਧਰ ਪੁਲਿਸ ਤਸ਼ੱਦਦ ਕਰਦੀ ਸੀ, ਤੁਸੀਂ ਕਿਉਂ ਬਾਹਰ ਕਿਉਂ ਨਹੀਂ? ਮੈਂ ਬਾਹਰ ਪੜ੍ਹਿਆ ਹੋਇਆ ਜੀ। ਮੇਰੀ ਜਿਹੜੀ ਪੜ੍ਹਾਈ ਸੀ ਉਹ
ਹਿਸਟਰੀ ਐਂਡ ਫਿਲਾਸਫੀ ਆਫ ਇਕਨੋਮਿਕ ਥਾਟ ਤੇ ਮੈਂ PhD ਕਰ ਰਿਹਾ ਸੀਗਾ। ਜਿਉਂ ਮੈਂ ਉਸ 'ਚ ਵੜਿਆ ਮੈਨੂੰ ਐਂ ਲੱਗਿਆ ਕਿ ਮੈਂ ਆਪਣੇ ਸਮਾਜ ਤੋਂ ਵਾਂਝਾ ਹੋ ਕੇ ਬਾਹਰਲੇ ਸੋਚ ਵਾਲਿਆਂ ਦੀ ਸੋਚ ਨੂੰ ਪੜ੍ਹ ਰਿਹਾ, ਸਿੱਖ ਰਿਹਾ, ਤੇ ਜੋ ਸਾਡੇ ਹੱਡਾਂ ਤੇ ਬੀਤੀ ਹੈਗੀ ਹੈ ਉਹਦੇ ਬਾਰੇ ਮੈਂ ਨਹੀਂ ਕੰਮ ਕਰ ਰਿਹਾ ਹੈਗਾ। ਤੇ ਬਹੁਤ ਸਾਰੇ ਤੁਸੀਂ ਬਾਹਰ ਵੀ ਦੇਖੋਗੇ ਉਹ ਤਰਸਦੇ ਆ ਕਿ ਵਾਪਸ ਆ ਕੇ ਆਪਣੇ ਪੰਜਾਬ ਨੂੰ ਸੰਭਾਲਣ। ਮੇਰੀ ਖੁਸ਼ਕਿਸਮਤ ਸੀ ਕਿ ਮੇਰੀ ਉਰੇ ਜ਼ਮੀਨ ਜਾਇਦਾਦ ਸੀਗੀ, ਮੈਂ ਆ ਸਕਦਾ ਸੀਗਾ, ਮੈਂ ਛੱਡ ਕੇ ਉਰੇ ਆ ਗਿਆ ਤੇ ਇੱਥੇ ਸਮਾਜ 'ਚ ਵਿਚਰਨ ਲੱਗਿਆ, ਇੱਥੇ ਦੀਆਂ ਗੱਲਾਂ ਕਰਦਾ, ਇੱਥੇ ਦੀ ਮੈਂ ਰਿਹਾਇਸ਼ ਰੱਖਦਾ ਹੈਗਾ, ਇੱਥੇ ਤੁਰਦਾ। ਇਹ ਮੇਰੀ ਖੁਸ਼ਕਿਸਮਤ ਹੈ ਕਿ ਮੈਨੂੰ ਇਹ ਮੌਕਾ ਮਿਲ ਗਿਆ ਹੈਗਾ। ਮੇਰਾ ਖਿਆਲ ਹੈ ਜੇ ਹੋਰ ਵੀ ਸਾਡੇ ਵਿਚਾਰੇ ਜਿਹੜੇ ਬਾਹਰ ਵੱਸਦੇ ਆ ਵਸਿੰਦੇ, ਉਹ ਜੇ ਕਰ ਸਕਣ ਤਾਂ ਇੱਥੇ ਆ ਕੇ ਉਹ ਵੀ ਯੋਗਦਾਨ ਪਾਉਣਗੇ। ਇਹ ਮੇਰੀ ਖੁਸ਼ਕਿਸਮਤ ਹੈ ਜੀ। ਤੁਹਾਡੇ ਹਲਕੇ ਵੱਲ ਆਉਂਦੇ ਆ, ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਉਹ ਧਰਤੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ। ਪਰ ਜਦੋਂ ਅਸੀਂ ਹਿਸਟਰੀ ਕੱਢ ਕੇ ਵੇਖਦੇ ਹਾਂ ਇਲੈਕਸ਼ਨਸ ਦੀ, ਤਾਂ ਸਭ ਤੋਂ ਵੱਧ ਵਾਰ ਕਾਂਗਰਸ ਜਿੱਤਦੀ ਹੈ। ਕੀ ਕਾਰਨ ਮੰਨਦੇ ਹੋ? ਇੱਥੇ ਜਿਹੜਾ ਕਾਂਗਰਸ ਦਾ ਦਾਅ ਲੱਗ ਜਾਂਦਾ ਹੈ ਕਿ ਤਕਰੀਬਨ 3 ਅਕਾਲੀ ਖੜ ਜਾਂਦੇ ਆ, ਇੱਕ ਬਾਦਲ ਦਾ ਬਾਗੀ ਤੇ ਇੱਕ ਅਸੀਂ। ਉਹ ਵੋਟ ਵੰਡਣ ਦੇ ਕਾਰਨ ਇਹ ਸਾਹਮਣੇ ਸਾਨੂੰ ਦਿਖਦਾ ਹੈਗਾ। ਬਾਕੀ ਇਹ ਵੀ ਨਹੀਂ ਕਹਿ ਸਕਦੇ ਕਿ ਕਾਂਗਰਸੀਆਂ ਨੇ, ਜਿਹੜੇ ਸਿੱਖ ਹੈ ਉਹਨਾਂ ਨੇ ਬਾਦਲ ਦੀਆਂ ਕਰਤੂਤਾਂ ਦੇਖ ਕੇ ਜੇ ਹੋਰ ਪਾਰਟੀਆਂ ਵੱਲ ਨਿਗਾਹ ਮਾਰੀ ਹੈ ਤਾਂ ਇਹ ਵੀ ਮੈਂ ਸਮਝਦਾ ਕਿ ਬਾਦਲ ਸਾਹਿਬ ਦੀ ਘਾਟ ਰਹੀ ਹੈ। ਪਰ ਉਹ ਗੱਲ ਉਹੀ ਹੈ ਨਾ ਕਿ ਹੁਣ ਵੀ ਤਾਂ ਪਾਰਟੀਆਂ ਜਿਹੜੀਆਂ ਨੇ ਉਹ ਜਿੰਨੇ ਤੁਸੀਂ ਧੜੇ ਦੱਸੇ ਉਨੇ ਹੀ ਧੜੇ ਹੁਣ ਫੇਰ ਮੈਦਾਨ 'ਚ ਨੇ। ਅਕਾਲੀ ਦਲ ਦੇ ਇੱਕ ਲੀਡਰ ਹੁਣ ਭਾਜਪਾ 'ਚ ਸ਼ਾਮਲ ਹੋ ਗਏ ਨੇ, ਅਕਾਲੀ ਦਲ ਦਾ ਕੈਂਡੀਡੇਟ ਬਾਦਲ ਦਾ ਹੈ ਹੀ ਆ, ਇੱਧਰ ਤੁਸੀਂ ਇਲੈਕਸ਼ਨ ਲੜ ਰਹੇ ਹੋ। ਫਿਰ ਲੋਕਾਂ ਦੇ ਮਨਾਂ 'ਚ ਤਾਂ ਉਹੀ ਗੱਲ ਆਊਗੀ ਨਾ ਕਿ ਫੇਰ ਵੋਟ ਵੰਡੀ ਜਾਣੀ ਹੈ ਭਾਈ, ਕਾਂਗਰਸ ਦਾ ਫੇਰ ਲੱਗ ਜਾਣਾ। ਜਿਹੜਾ ਐਤਕੀ ਸਥਿਤੀ ਹੈ ਉਹਦੇ ਵਿੱਚ ਲੋਕ ਜੋ ਹਰਸਿਮਰਤ ਨੇ, ਸੁਖਬੀਰ ਨੇ ਜਾ ਕੇ ਸੈਂਟਰ ਨੂੰ ਦੇਤਾ ਹੈ, ਉਹ ਗੱਲ ਨੂੰ ਠੀਕ ਨਹੀਂ ਸਮਝ ਰਹੇ ਤੇ ਨਾ ਹੀ ਇਹ ਠੀਕ ਸਮਝ ਰਹੇ ਹੈ ਕਿ ਦਲ ਬਦਲੂ, ਹਰੇਕ ਉਰੇ ਸਾਡਾ ਕੈਂਡੀਡੇਟ ਹੈ। ਜਿਹੜਾ ਕੁਲਜੀਤ ਸਿੰਘ ਨਾਗਰਾ ਕਾਂਗਰਸ ਦਾ, ਸਭ ਤੋਂ ਪਹਿਲਾਂ ਚੋਣ ਉਹਨੇ ਸਾਡੇ ਪਾਰਟੀ ਵੱਲੋਂ ਲੜੀ ਸੀਗੀ ਆਪਣਾ ਲੋਕ ਸਭਾ ਵਾਸਤੇ ਚੰਡੀਗੜ੍ਹ ਤੋਂ। ਤੇ ਜਿਹੜਾ ਰਾਏ ਸਾਹਿਬ ਹੈਗੇ ਆ ਉਹਨਾਂ ਨੇ ਪਹਿਲਾਂ ਕਾਂਗਰਸ 'ਚ ਨਿਭਾਈ ਹੈ, ਫਿਰ ਹੁਣ ਆਪ 'ਚ 32 ਕੈਂਡੀਡੇਟ ਆਪ ਦੇ ਇੱਦਾਂ ਹੈਗੇ ਆ। ਇਸੇ ਤਰ੍ਹਾਂ ਚੀਮਾ ਸਾਹਿਬ ਆਏ ਵਾਰੀ ਭੱਟੀ ਦੇ ਵਿਰੋਧ 'ਚ ਕਾਂਗਰਸ ਨੂੰ ਵੋਟ ਪਵਾਉਂਦੇ ਰਹੇ ਹੈਗੇ ਆ। ਸੋ ਲੋਕੀ ਜੋ ਪ੍ਰਧਾਨ ਸਾਹਿਬ ਦਾ ਸਟੈਂਡ ਹੈ, ਜੋ ਉਹਨਾਂ ਨੇ ਇੱਕ ਸੋਚ ਤੇ ਪਹਿਰਾ ਦਿੱਤਾ ਹੈ, ਉਹਨੂੰ ਅਪਰੀਸ਼ੀਏਟ ਕਰ ਰਹੇ ਆ ਤੇ ਇੱਧਰ ਤਬਦੀਲੀ ਹੋ ਰਹੀ ਹੈ। ਮੈਨੂੰ ਸ਼ੱਕ ਹੈ ਕਿ ਐਤਕੀ ਲੋਕਾਂ ਨੇ ਜਿਹੜਾ ਇਹਨਾਂ ਨੇ ਖੱਬੇ ਸੱਜੇ ਹੋਣ ਦੇ ਫੈਸਲੇ ਲਿੱਤੇ ਆ ਉਹਦਾ ਉਹਨਾਂ ਨੂੰ ਨੁਕਸਾਨ ਪਹੁੰਚੂਗਾ। ਬਸ ਸਭ ਇੱਕ ਨਾ ਕਿਹਾ ਜਾਂਦਾ ਪਿਛਲੇ ਇਲੈਕਸ਼ਨ ਦੇ ਵਿੱਚ ਹੋਇਆ ਕਿ ਨੌਜਵਾਨ ਜਿਹੜੇ ਨੇ ਉਹ ਨਵੀਂ ਧਿਰ ਵੱਲ ਹੋ ਜਾਂਦੇ ਨੇ। ਬਦਲਾਅ ਜਦੋਂ ਆਉਂਦਾ 2012 ਦੇ ਵਿੱਚ ਮਨਪ੍ਰੀਤ ਬਾਦਲ ਨੇ ਪਾਰਟੀ ਬਣਾ ਲਈ, 17 ਦੇ ਵਿੱਚ ਆਮ ਆਦਮੀ ਪਾਰਟੀ ਆ ਗਈ। ਪਰ ਇਸ ਵਾਰੀ ਜਿਵੇਂ ਲੱਖਾ ਸਿਧਾਣਾ, ਦੀਪ ਸਿੱਧੂ, ਇਹੋ ਜਿਹੇ ਤਮਾਮ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਲੀਡ ਵੀ ਕੀਤਾ ਅੰਦੋਲਨ ਦੇ ਵਿੱਚ, ਤੇ ਇਹਨਾਂ ਕੋਲੇ ਫੋਲੋਅਰ ਵੀ ਹੈਗੇ ਨੇ, ਇਹਨਾਂ ਦੇ ਸਮਰਥਕ ਵੀ ਹੈਗੇ ਨੇ, ਇਹ ਸਾਰੇ ਇਸ ਵਾਰੀ ਤੁਹਾਡੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ। ਕਿਵੇਂ ਲੱਗ ਰਿਹਾ ਕਿ ਇਹ ਪੋਜ਼ਿਟਿਵ ਪੱਖੋਂ ਕਿੰਨਾ ਕੁ ਜ਼ਿਆਦਾ ਤੁਹਾਨੂੰ ਰਿਸਪੌਂਸ ਹਲਕਿਆਂ ਦੇ ਵਿੱਚ ਦਿਖ ਰਿਹਾ? ਜਿਹੜੀ ਸੋਚ ਬਾਰੇ ਮੈਂ ਗੱਲ ਕਰ ਰਿਹਾ ਕਿ ਪ੍ਰਧਾਨ ਸਾਹਿਬ ਨੇ ਸਟੈਂਡ ਜਾਰੀ ਰੱਖਿਆ, ਉਹ ਸੋਚ ਦਾ ਪ੍ਰਗਟਾਵਾ ਇਹ ਹੈ ਕਿ ਅੱਜ ਜਿਹੜਾ ਲੀਡਰ ਵੀ ਨੌਜਵਾਨ ਉੱਠ ਰਿਹਾ ਹੈ ਉਹ ਇਸ ਨੂੰ ਅਪਰੀਸ਼ੀਏਟ ਕਰਦਾ ਹੈ ਕਿ ਇਹ ਪਾਰਟੀ ਨੇ, ਸਰ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਪੰਥ ਦਾ ਸਟੈਂਡ ਜਾਰੀ ਰੱਖਿਆ ਹੈਗਾ। ਉਹਦੀ ਅਪਰੀਸ਼ੀਏਸ਼ਨ ਦੇ ਵਿੱਚ ਜਿਹੜੀ ਕਮਾਈ ਹੈ ਪਾਰਟੀ ਦੀ, ਉਹਦੇ ਨਾਲ ਸਾਡੀਆਂ ਹਮਾਇਤ ਕਰ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਇੱਕ ਨਵੀਂ ਅਕਾਲੀ ਲਹਿਰ ਉਰੇ ਉੱਭਰੂਗੀ ਤੇ ਇਹ ਸਾਰੇ ਉਹਦੇ ਵਿੱਚ ਹਿੱਸੇਦਾਰ ਹੈ, ਇਹਨਾਂ ਨੇ ਯੋਗਦਾਨ ਪਾਇਆ ਤੇ ਵੈਲਕਮ ਕਰਦੇ ਹਾਂ ਇਸ ਗੱਲ ਨੂੰ। ਤੀਜੀ ਜਦੋਂ ਧਿਰ ਦੀ ਗੱਲ ਆਉਂਦੀ ਆ ਤਾਂ ਇਸ ਵਾਰੀ ਆਮ ਆਦਮੀ ਪਾਰਟੀ ਬਹੁਤ ਚਰਚਾ ਦੇ ਵਿੱਚ ਆ। ਪਿਛਲੇ ਦਿਨੀ ਆਪਣੀ ਗੱਲਬਾਤ ਹੋਈ ਸੀ, ਨਾਲ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੀ ਸੀਗੇ। ਉਹ ਕਹਿੰਦੇ ਕਿ ਵਿਦੇਸ਼ਾਂ ਦੇ ਵਿੱਚ ਲੋਕ ਸੈਟਲ ਤਾਂ ਮਾਨ ਸਾਹਿਬ ਦੀ ਮਦਦ ਨਾਲ ਹੋਏ ਨੇ, ਪਰ ਅੱਜ ਉਹਨਾਂ ਦੇ ਵਿੱਚ ਨਾ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਨੇ। ਕੀ ਕਹੋਗੇ? ਮੈਂ ਇਹੀ ਕਹੂੰਗਾ ਜੀ ਕਿ ਜੇ ਸਰਬੱਤ ਖਾਲਸਾ ਅਸੀਂ ਘੱਲਿਆ ਬੇਅਦਬੀ ਦਾ, ਉਹਦਾ ਫਾਇਦਾ ਆਮ ਆਦਮੀ ਪਾਰਟੀ ਲੈ ਗਈ। ਜੇ ਅਸੀਂ ਕੋਈ ਵੀ ਪੰਥਕ ਕੰਮ ਕੀਤਾ ਉਹਦੇ ਵਿੱਚ ਕਦੀ ਖਹਿਰਾ ਆ ਕੇ, ਕਦੀ ਜਿਹੜੇ ਇਹਨਾਂ ਦੇ ਲੀਡਰ ਆਉਂਦੇ ਜਾਂਦੇ ਆ ਉਹਨਾਂ ਨੇ ਜਾ ਕੇ ਲਾਹ ਲੈ ਲਿਆ, ਫਾਇਦਾ ਲੈ ਲਿਆ,
ਆਪਣੇ ਆਪ ਨੂੰ ਮੋਹਰੀ ਦਿਖਾਉਂਦੇ ਆ, ਪਰ ਜਦ ਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਹੁੰਦੀ ਹੈ ਫਿਰ ਇਹ ਪਿੱਛੇ ਹਟ ਜਾਂਦੇ ਆ। ਕੇਜਰੀਵਾਲ ਹੁਣ ਦੂਜੀ ਤੀਜੀ ਵਾਰੀ ਉਹਦੇ ਟਰਾਈ ਮਾਰ ਰਿਹਾ, ਲੋਕ ਸਭਾ ਵਿਧਾਨ ਸਭਾ ਹਰੇਕ ਇਲੈਕਸ਼ਨ ਉਹਨੇ ਲੜੇ ਹੈ ਤੇ ਕੋਸ਼ਿਸ਼ ਕਰਦਾ ਕਿ ਮੈਂ ਇੱਥੇ ਜਿੱਤ ਜਾ, ਪਰ ਇਹ ਕਹਿੰਦਾ ਇੱਕ ਵਾਰ ਕੇਜਰੀਵਾਲ, ਹੁਣ ਮੈਂ ਤਾਂ ਕਹਿ ਰਿਹਾ ਬਾਰ-ਬਾਰ ਕੇਜਰੀਵਾਲ ਹੋ ਰਿਹਾ ਹੈਗਾ। ਤੇ ਦੇਖੋ ਹੁਣ ਬਿਕਰਮ ਮਜੀਠੀਏ ਦੇ ਉੱਤੇ ਇਲਜ਼ਾਮ ਲਾ ਕੇ ਥੁੱਕ ਕੇ ਚੱਟ ਗਿਆ ਹੈਗਾ ਤੇ ਇਹਨਾਂ ਦਾ ਸਟੈਂਡ ਉਹਨਾਂ ਤਗੜਾ ਹੈ ਨਹੀਂਗਾ। ਤੇ ਮੈਂ ਤਾਂ ਐਂ ਕਹਿੰਦਾ ਕਿ ਜੀ ਜੇ ਆਪਾਂ ਨੂੰ ਸਫਾਈ ਚਾਹੀਦੀ ਹੈ ਤੁਸੀਂ ਝਾੜੂ ਵਰਤ ਕੇ ਦੇਖ ਲਿਆ, ਪਰ ਤੁਹਾਡੇ ਤੋਂ ਦਾਗ ਨਹੀਂ ਲੱਥਦੇ ਹੈਗੇ। ਹੁਣ ਚੱਕੋ ਬਾਲਟੀ, ਪੋਚਾ ਲਾਓ ਤੇ ਦੇਖੋ ਨਤੀਜੇ ਕੀ ਆ, ਪ੍ਰਧਾਨ ਸਾਹਿਬ ਨੂੰ ਜਿਤਾਓ। ਅੱਛਾ, ਇੱਕ ਨਾ ਅਕਾਲੀ ਦਲ ਦੇ ਵੱਲੋਂ ਇਹ ਵੀ ਇਲਜ਼ਾਮ ਲੱਗਦਾ, ਕਹਿੰਦੇ ਜਿਸ ਤਰੀਕੇ ਭਾਜਪਾ ਨੇ ਨਾ ਮੁਸਲਿਮ ਵੋਟਰਾਂ ਨੂੰ ਥੋੜਾ ਜਿਹਾ ਪਾਸੇ ਕਰਨ ਦੇ ਲਈ ਅਸਦੁੱਦੀਨ ਅਵੈਸੀ ਖੜਾ ਕੀਤਾ, ਉਹਨਾਂ ਦਾ ਕਹਿਣਾ ਕਿ ਉਸੇ ਤਰੀਕੇ ਵੀ ਪੰਥਕ ਵੋਟ ਅਕਾਲੀ ਦਲ ਬਾਦਲ ਨੂੰ ਨਾ ਪੈ ਜਾਵੇ, ਵੀ ਉਹ ਕੁਝ % ਟੁੱਟ ਕੇ ਅਕਾਲੀ ਦਲ ਅੰਮ੍ਰਿਤਸਰ ਨੂੰ ਪੈ ਜਾਵੇ। ਇਸ ਕਰਕੇ ਸ਼ਾਇਦ ਕਹਿੰਦੇ ਵੀ ਬੀਜੇਪੀ ਦੀ ਸਪੋਰਟ ਹੈ। ਕਿਸੇ ਪਾਸਿਓਂ ਤੁਹਾਨੂੰ ਬੀਜੇਪੀ ਦਾ ਕਦੇ ਕੋਈ ਸੁਨੇਹਾ ਆਇਆ ਅਕਾਲੀ ਦਲ ਅੰਮ੍ਰਿਤਸਰ ਨੂੰ? ਤੁਸੀਂ ਵੀ ਮਖੌਲ ਕਰ ਲੈਂਦੇ ਹੋ, ਠੀਕ ਹੈ। ਨਹੀਂ, ਉਹ ਲੌਜੀਕ ਦੇ ਤਰੀਕੇ, ਲੌਜੀਕ ਨਾਲ ਸਮਝਾ ਰਹੇ ਨਾ। ਚਲੋ ਜੀ, ਉੱਲੂਆਂ ਨੇ ਉੱਲੂਆਂ ਵਾਲੀ ਗੱਲਾਂ ਕਰਨੀਆਂ, ਉਹਨਾਂ ਦਾ ਜਵਾਬ ਥੋੜੀ ਦੇਈਦਾ ਹੁੰਦਾ ਹੈ। ਇਮਾਨ ਜੀ, ਕਰਨਾਟਕ ਦੇ ਵਿੱਚ ਨਾ ਇਹਨੇ ਦਿਨੀ ਇੱਕ ਮਸਲਾ ਬਹੁਤ ਜਿਹੜਾ ਆ ਉਹ ਸੁਲਝ ਰਿਹਾ। ਹਾਂਜੀ, ਇੱਕ ਅਦਾਰੇ ਦੇ ਵਿੱਚ, ਵਿਦਿਅਕ ਅਦਾਰੇ ਦੇ ਵਿੱਚ ਮੁਸਲਿਮ ਪਹਿਰਾਵੇ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇੱਕ ਬੱਚੀ ਦੇ ਪਿੱਛੇ ਜਿਹੜੇ ਆ ਉਹ 20-50 ਨੌਜਵਾਨ ਜਿਹੜੇ ਨੇ ਉਹ ਜੈ ਸ਼੍ਰੀ ਰਾਮ ਦਾ ਨਾਅਰਾ ਲਾ ਕੇ ਪੈਂਦੇ ਨੇ, ਫਿਰ ਉਹ ਵੀ ਜਵਾਬ ਦਿੰਦੀ ਆ। ਇਹੋ ਜਿਹਾ ਮਾਹੌਲ ਜਿਹੜਾ ਆ, ਤੁਹਾਨੂੰ ਕੀ ਲੱਗਦਾ ਵੀ ਇਹੋ ਜਿਹਾ ਮਾਹੌਲ ਕਿੱਧਰ ਨੂੰ ਲੈ ਕੇ ਜਾ ਰਿਹਾ ਦੇਸ਼ ਨੂੰ? ਪੰਜਾਬ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਇਹੋ ਜਿਹੇ ਜਿਹੜੇ ਆ ਪਿਛਲੇ ਦਿਨਾਂ ਦੇ ਵਿੱਚ ਸ਼ਿਵ ਸੈਨਾ ਵੱਲੋਂ ਚਾਹੇ ਹਰਕਤਾਂ ਹੋਣ, ਸੋ ਇਹੀ ਹੁਣ ਕਰਨਾਟਕ ਦੇ ਵਿੱਚ ਹੋ ਰਿਹਾ। ਲੱਗਦਾ ਕੀ ਆ ਵੀ ਧਿਆਨ ਭਟਕਾਉਣ ਨੂੰ ਹੁੰਦਾ ਸਾਰਾ ਕੁਝ, ਲੋਕ ਅਸਲ ਮੁੱਦਿਆਂ ਤੋਂ ਪਾਸੇ ਹੋ ਜਾਂਦੇ ਨੇ। ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਮੋਦੀ ਨੇ ਗੋਧਰਾ ਦੇ ਵਿੱਚ ਮੁਸਲਮਾਨ ਵੱਢ ਤੇ, ਯੋਗੀ ਆਦਿੱਤਿਆਨਾਥ ਨੇ ਮੁਸਲਮਾਨ ਵੱਢ ਤੇ, ਇਲੈਕਸ਼ਨ ਆਈ ਨਹੀਂ ਤਾਂ ਇੰਦਰਾ ਗਾਂਧੀ ਤੋਂ, ਰਾਜੀਵ ਗਾਂਧੀ ਤੋਂ ਅੱਗੇ ਵਾਜਪਾਈ ਤੋਂ ਲੈ ਕੇ ਮੋਦੀ ਨੇ ਸਿੱਧੇ ਹਮਲੇ ਪਾਕਿਸਤਾਨ ਤੇ ਕਰ ਦੇਣੇ ਹੈਗੇ ਆ ਕਿ ਵੱਢ ਦਾਂਗੇ, ਮਾਰ ਦਾਂਗੇ। ਇਹ ਤਾਂ ਬਹੁਤ ਪੁਰਾਣੀ ਸਟ੍ਰੈਟਜੀ ਹੈ ਇਹਨਾਂ ਦੀ ਕਿ ਅਸੀਂ ਕੋਈ ਨਾ ਕੋਈ ਮਾਈਨੋਰਿਟੀ ਨੂੰ ਤੰਗ ਕਰਾਂਗੇ। ਰਾਜੀਵ ਗਾਂਧੀ ਦੀ ਸਭ ਤੋਂ ਜ਼ਿਆਦਾ ਲੋਕ ਸਭਾ 'ਤੇ ਸੀਟਾਂ ਉਦੋਂ ਆਈਆਂ ਜਦ ਸਿੱਖਾਂ ਦਾ ਵਾਢਾ ਧਰਤਾ 1984 'ਚ। ਮੋਦੀ ਗੋਧਰਾ ਕਰਕੇ CM ਤੋਂ PM ਬਣਿਆ ਫਿਰਦਾ ਹੈਗਾ। ਯੋਗੀ ਆਦਿੱਤਿਆਨਾਥ ਹੁਣ 80-20 ਦੀ ਗੱਲ ਕਰਦਾ ਤੇ ਜਿੰਨੀ ਬੁੱਚੜਬਾਜੀ UP 'ਚ ਹੋਈ ਹੈ ਮੇਰਾ ਖਿਆਲ ਉਹ ਤੁਹਾਡੇ ਸਾਹਮਣੇ ਹੈ। ਸੋ ਸਾਧ ਸੰਗਤ ਜੀ, ਇਹ ਜਿਹੜੀਆਂ ਗੱਲਾਂ ਹੈ ਇਹ ਤਾਂ ਕਦੇ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਸਟ੍ਰੈਟਜੀ ਹੈ ਪੋਲਰਾਈਜੇਸ਼ਨ ਦੀ। ਤੇ ਕਹਿੰਦੇ 80 ਤੇ 20 ਦਾ ਕੀ ਮੁਕਾਬਲਾ ਹੈਗਾ, ਇਹਨਾਂ ਨੇ ਜਾ ਕੇ 80 ਨੂੰ ਇਨਸੈਂਟੀਵਾਈਜ਼ ਕਰਨਾ ਹੈ, ਤੋਰਨਾ ਹੈ ਕਿ ਅਸੀਂ ਮਾਈਨੋਰਿਟੀਜ਼ ਦੇ ਬਰਖਲਾਫ ਖੜੀਏ। ਇਟਸ ਨਾਟ ਅ ਨਿਊ ਥਿੰਗ। ਤੁਸੀਂ ਵਿਚਾਰੀ ਉਹ ਬੀਬੀ ਦਾ ਹਾਲ ਸਮਝੋ। ਅੱਜ ਤੁਸੀਂ ਜੇ ਕੋਈ ਵੀ ਸਕੂਟਰ ਤੇ ਜਾਂਦੀ ਬੀਬੀ ਨੂੰ ਦੇਖੋਗੇ, ਉਹਨੇ ਇੱਕ ਪਾਸੇ ਐਂ ਚੁੰਨੀ ਕੀਤੀ ਹੁੰਦੀ ਹੈ ਤੇ ਮੂੰਹ ਟਕਿਆ ਹੁੰਦਾ ਹੈਗਾ। ਇੱਕ ਤਾਂ ਮੱਛਰ ਤੇ ਹੋਰ ਤੋਂ ਅਸੀਂ ਬਚ ਜਾਂਦੇ, ਪਰ ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਇਹ ਜਿਵੇਂ ਨਲਿਨੀ ਕੇਸ ਦੇ ਵਿੱਚ ਇਹ ਜਿਹੜੇ ਇਹਨਾਂ ਨੂੰ ਤੰਗ ਤੇ ਹਰੈਸਮੈਂਟ ਹੋਣੀ ਪੈਂਦੀ ਹੈ ਸੈਕਸ਼ੂਅਲ, ਉਹ ਸੈਕਸ਼ੂਅਲ ਹਰੈਸਮੈਂਟ ਦੇ ਤਵੱਜੋਂ ਇਹ ਸਕੂਟਰਾਂ ਤੇ ਬਾਹਰ ਨਿਕਲੀਆਂ ਬੀਬੀਆਂ ਆਪਣਾ ਮੂੰਹ ਵੀ ਟੱਕਦੀਆਂ ਕਿ ਭਾਈ ਸਾਡੇ ਪਿੱਛੇ ਹੁੰਦੇ ਆ, ਸਾਨੂੰ ਮਾੜੀਆਂ ਗੱਲਾਂ ਕਰਦੇ ਹੈਗੇ ਆ। ਤੇ ਇਹ ਹਰਕਤਾਂ ਜਿਹੜੀਆਂ ਇਹਨਾਂ ਨੇ ਤੋਰੀਆਂ ਹੋਈਆਂ ਇਹ ਕੋਈ ਚੰਗੀਆਂ ਥੋੜ੍ਹੀਆਂ ਕਿ ਕਿਸੇ ਕੁੜੀ ਨੂੰ ਜਾ ਕੇ ਯੂ ਸਟਾਰਟ ਬਿਕਰਿੰਗ ਐਂਡ ਟੌਂਟਿੰਗ। ਤੇ ਇਹ ਕਿਸੇ ਵੀ ਚੰਗੇ ਪਰਿਵਾਰ ਦੇ ਜਾਂ ਕਿਸੇ ਚੰਗੇ ਸਮਾਜ ਦੇ ਇਹੋ ਜਿਹੇ ਕੰਮ ਨਹੀਂ ਹੁੰਦਾ। ਇਹ ਤਾਂ ਉਹ ਮਨੂ ਦੀ ਸੋਚ ਹੈ ਕਿ ਛੋਟਿਆਂ ਨੂੰ ਅਸੀਂ ਤੰਗ ਕਰੀਏ, ਉਹ ਬੋਲ ਨਾ ਸਕਣ, ਉਹਨਾਂ ਨੂੰ ਹਰੈਸ ਕਰਕੇ ਉਹਨਾਂ ਦੇ ਰਾਈਟਸ ਨੂੰ ਦੱਬ ਦਈਏ। ਸਾਡੇ ਫਰਾਂਸ 'ਚ ਹੁਣ ਹਿਜਾਬ ਪਾ ਕੇ ਸਾਡੇ ਦਸਤਾਰਾਂ 'ਤੇ ਇਹਨਾਂ ਨੇ ਬੈਨ ਲਾਤੇ ਹੈਗੇ ਹੈ। ਇਹ ਜਿੱਧਰ ਨੂੰ ਗੱਲ ਲੈ ਕੇ ਜਾ ਰਹੀਆਂ ਇਹ ਤਾਂ ਇਕੱਲੇ ਉਸ ਬੀਬੀ ਦਾ ਇਹ ਸੋਚ ਨਹੀਂ ਹੈ, ਇਹ ਤਾਂ ਸਾਡੀਆਂ ਮਾਵਾਂ ਧੀਆਂ ਭੈਣਾਂ ਜਿਹੜੀਆਂ ਸਕੂਟਰਾਂ 'ਤੇ ਜਾਂਦੀਆਂ ਉਹਨਾਂ ਨੂੰ ਹਰੈਸਮੈਂਟ ਜਿਹੜੀ ਹੁੰਦੀ ਹੈ ਉਹ ਸੋਚ ਹੈ। ਜਿਹੜੇ ਸਿੱਖ ਪੱਗਾਂ ਬੰਨ੍ਹਦੇ ਹੈ ਉਹਦੇ ਉੱਤੇ ਹਮਲੇ ਹੈਗੇ ਹੈ। ਇਹ ਤੁਸੀਂ ਕਹਿੰਦੇ ਹੋ ਕਿ ਸਟੇਟ ਸੈਕੂਲਰ, ਇਟਸ ਨਾਟ ਸੈਕੂਲਰ। ਇਹ ਤਾਂ ਹਿੰਦੂ ਰਾਜ ਹੈ, ਸਾਨੂੰ ਇਹਨਾਂ ਨੇ ਸਾਰਿਆਂ ਨੂੰ ਤੰਗ ਕਰਨਾ ਹੈ। ਮਾਨ ਸਾਹਿਬ, ਸਵਾਲ ਬਹੁਤ ਨੇ, ਗੱਲਾਂ ਤੁਹਾਡੇ ਨਾਲ ਕਰਨ ਨੂੰ ਬਹੁਤ ਮਨ ਕਰ ਰਿਹਾ, ਤੁਹਾਡੇ ਕੋਲ ਵੀ ਸਮੇਂ ਦੀ ਘਾਟ ਹੈ ਕਿਉਂਕਿ ਦਿਨ ਬੜੇ ਥੋੜ੍ਹੇ ਨੇ, ਪਰ ਸਮਾਪਤੀ ਕਰਾਂਗੇ ਇੱਕ ਸਵਾਲ ਕਰਕੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ
ਲੋਕ ਵੋਟ ਕਿਉਂ ਪਾਉਣ, ਉਹ ਲੋਕਾਂ ਦੇ ਵਿੱਚ ਮੈਂ ਸਾਰਿਆਂ ਨੂੰ ਇਨਕਲੂਡ ਕਰ ਰਿਹਾ, ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਉਹ ਸਿੱਖ ਵੀ ਜਿਹੜੇ ਜਿਨ੍ਹਾਂ ਦੇ ਕੇਸ ਕੱਟੇ ਨੇ, ਮੇਰੇ ਖੁਦ ਦੇ ਦਾੜੀ ਕੱਟੀ ਹੈ, ਮਤਲਬ ਕਿਉਂਕਿ ਇਹ ਪਰਸੈਪਸ਼ਨ ਵੀ ਬਣਦੀ ਹੈ ਕਿ ਮਾਨ ਸਾਹਿਬ ਕੋਲ ਜਾਣੋ ਡਰ ਲੱਗਦਾ ਜੀ, ਜੇ ਵਾਲ ਕੱਟੇ ਨੇ ਜਾਂ ਮੋਨੇ ਆ ਨਾ ਤਾਂ ਕਿਤੇ ਗੁੱਸੇ ਨਾ ਹੋਣ। ਮੈਂ ਚਾਹੁੰਦਾ ਵੀ ਉਹ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਇਹ ਦੱਸ ਦਿਓ ਕਿ ਵੋਟ ਕਿਉਂ ਪਾਉਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕੋ ਇੱਕ ਪਾਰਟੀ ਹੈ ਜਿਨੇ ਮੁੱਢ ਤੋਂ ਪੰਜਾਬ ਦੇ ਹੱਕ, ਚਾਹੇ ਪਾਣੀ ਦੇ, ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਵਾਪਸ ਲੈ ਕੇ ਆਉਣ ਦੇ, ਜਿਨੇ ਹਮੇਸ਼ਾ ਆਪਣੇ ਗੁਆਂਢੀ ਨਾਲ ਬਣਾ ਕੇ ਰੱਖਣ ਦੀ ਪਾਕਿਸਤਾਨ ਨਾਲ ਕੋਸ਼ਿਸ਼ ਕੀਤੀ ਹੈਗੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬਾਰਡਰ ਖੁੱਲ੍ਹਣ। ਅੱਜ ਸਾਡਾ ਜਿੰਸ ਇੱਥੋਂ ਅਫਗਾਨਿਸਤਾਨ ਜਾਏ, ਉੱਥੇ ਸਾਡਾ ਰੇਟ ਬਣੂਗਾ, ਸਾਡੇ ਇੱਥੇ ਜਿੰਸ ਦਾ ਰੇਟ ਬਣੂਗਾ, ਉੱਥੋਂ ਚੱਕ ਕੇ ਸੀਮੈਂਟ ਇੱਧਰ ਆਏ, ਉਹ ਹੁਣ 400 ਰੁਪਏ ਦਾ ਥੈਲਾ 250 ਦਾ ਹੋ ਜਾਊਗਾ। ਜਿਹੜੀ 70% ਪੰਜਾਬ ਪਾਕਿਸਤਾਨ ਦੀ ਟ੍ਰੇਡ ਹੁੰਦੀ ਸੀ, ਪੰਜਾਬ ਨਾਲ ਹੁੰਦੀ ਸੀਗੀ। ਅਸੀਂ ਸਮਝਦੇ ਹਾਂ ਕਿ ਅੱਜ ਦੇ ਦਿਨ ਸਰਕਾਰਾਂ ਨੇ ਇੱਥੇ ਇਨਵੈਸਟਮੈਂਟ ਨਹੀਂ ਕੀਤੀ। ਮੋਦੀ ਗੋਬਿੰਦਗੜ੍ਹ ਦੀ ਗੱਲ ਕਰਦਾ ਹੈਗਾ, ਪਰ ਸਾਰੀ ਗੋਬਿੰਦਗੜ੍ਹ ਦੀ ਇੰਡਸਟਰੀ ਜਾ ਕੇ ਗੁਜਰਾਤ ਬੈਠ ਗਈ ਹੈਗੀ ਹੈ। ਸਾਡੀ ਡੀ ਇੰਡਸਟਰੀਲਾਈਜੇਸ਼ਨ ਇਹਨਾਂ ਨੇ ਸਾਨੂੰ ਟੈਰਰਾਈਜ਼ ਕਰਕੇ, ਸਾਡੇ ਹੱਕ ਖੋ ਕੇ ਇਹਨਾਂ ਨੇ ਕੀਤਾ ਹੋਇਆ ਹੈਗਾ। ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਕ ਖੁੱਲ੍ਹਾ ਸਮਾਜ ਜਿਹਦੇ ਵਿੱਚ ਹਰੇਕ ਵਿਅਕਤੀ ਉਰੇ ਆ ਕੇ ਬਸੇ। ਤੁਸੀਂ ਦੇਖੋ, ਜਦ ਮੁਸਲਮਾਨਾਂ ਤੇ ਵੀ ਹਮਲਾ ਹੋਇਆ, ਪੰਜਾਬ ਤੇ ਸਿੱਖਾਂ ਨੇ ਪੈਸੇਜ ਦਿੱਤਾ ਹੈਗਾ। ਜਿੱਦਣ ਮੈਂ ਜਿਵੇਂ ਦੱਸਿਆ ਤੁਹਾਨੂੰ, ਹਿੰਦੂਆਂ ਦੇ ਉੱਤੇ ਹਮਲੇ ਹੋਏ ਹੈ, 9ਵੇਂ ਪਾਤਸ਼ਾਹ ਨੇ ਰਖਵਾਲੀ ਕੀਤੀ ਹੈ। ਇਹ ਇੱਕ ਸੇਫ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਮਨੁੱਖਤਾ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੈਗੇ ਹਾਂ। ਇੱਥੇ ਅਸੀਂ ਚਾਹੁੰਦੇ ਹਾਂ ਕਿ ਖੁਸ਼ਹਾਲੀ ਹੋਏ, ਇੰਟਰਨੈਸ਼ਨਲ ਬਾਰਡਰ ਖੁੱਲ੍ਹਣ, ਵਪਾਰ ਹੋਏ, ਇੱਥੇ ਇੰਡਸਟਰੀ ਆਏ, ਤੇ ਪੰਜਾਬ ਦੇ ਹੱਕ ਤੇ ਜੇ ਅਸੀਂ ਪਹਿਰਾ ਨਹੀਂ ਦੇਵਾਂਗੇ ਤੇ ਸੈਂਟਰ ਨੂੰ ਸਾਡੇ ਪਾਣੀ ਖੋ ਕੇ ਦਿੱਲੀ ਲੈ ਕੇ ਜਾਣ ਦਿਓ। ਇੱਥੇ ਹੁਣ ਚੁੰਨੀ 'ਚ 500 ਫੁੱਟ ਥੱਲੇ ਸਾਡਾ ਪਾਣੀ ਗਿਆ ਹੋਇਆ ਹੈਗਾ। ਹੁਣ ਉਹ ਤਾਂ ਸਾਡਾ ਪਾਣੀ ਹੈ, ਰਾਈਪੇਰੀਅਨ ਲਾਅ ਕਹਿੰਦਾ ਹੈਗਾ। ਸੋ ਅਸੀਂ ਇੱਕ ਦ੍ਰਿੜ ਪਾਰਟੀਆਂ ਜਿਹੜੇ ਹੁਣ ਮੋਦੀ ਜਿਹੜਾ ਰੌਲਾ ਪਾ ਰਿਹਾ ਹੈਗਾ, ਇੰਟਰਲਿੰਕਿੰਗ ਆਫ ਰਿਵਰਸ, ਮਤਲਬ ਸਤਲੁਜ ਯਮੁਨਾ ਲਿੰਕ, ਇਹ ਸਾਰੇ ਉਹਨੇ ਆਪਣੇ ਮੈਨੀਫੈਸਟੋ ਲੋਕ ਸਭਾ ਦੇ ਚੋਣ 'ਚ ਲਿਖੇ ਹੋਏ ਆ। ਉਰੇ ਆ ਕੇ ਅੱਖਾਂ 'ਚ ਧੂੜ ਪਾਉਂਦਾ ਹੈ ਕਿ ਅਸੀਂ ਤਰੱਕੀ ਕਰਾਂਗੇ। ਤਰੱਕੀ ਕਰਨੀ ਤੁਸੀਂ ਤਾਂ ਖੋ ਕੇ ਹੋਰ ਸਾਡੇ ਸਾਧਨ ਲੈ ਜਾਓਗੇ। ਸੋ ਵੀ ਆਰ ਦ ਓਨਲੀ ਪਾਰਟੀ ਜਿਨ੍ਹਾਂ ਨੇ ਸਟੈਂਡ ਰੱਖਿਆ, ਜਿਹੜੀ ਪਾਰਲੀਮੈਂਟ 'ਚ ਜਾ ਕੇ ਇਕੱਲੇ ਬੰਦੇ ਸਰ ਸਿਮਰਨਜੀਤ ਸਿੰਘ ਮਾਨ ਨੇ ਉੱਥੇ ਆਪਣੇ ਹੱਕਾਂ ਤੇ ਪਹਿਰਾ ਦਿੱਤਾ ਹੈਗਾ। YouTube ਤੇ ਉਹਨਾਂ ਦੀਆਂ ਵੀਡੀਓ ਦੇਖ ਲਓ। ਜਿੰਨੀ ਦੇਰ ਕੋਈ ਬੰਦਾ ਆਪਣੀ ਹੋਂਦ ਨਹੀਂ ਸਮਝਦਾ, ਆਪਣੇ ਇਲਾਕੇ ਦੀ ਧਨ ਨੂੰ ਪ੍ਰੋਟੈਕਟ ਨਹੀਂ ਕਰਦਾ ਹੈਗਾ, ਸੈਂਟਰ ਨੂੰ ਮੱਥਾ ਨਹੀਂ ਟੇਕਦਾ, ਸਗੋਂ ਸੈਂਟਰ ਨੂੰ ਚੈਲੰਜ ਕਰਦਾ ਹੈ ਕਿ ਸਾਡੇ ਹੱਕ ਹੈ, ਇਹ ਸਾਡੇ ਆਰਥਿਕ ਹੱਕ ਹੈਗੇ ਹੈ, ਅਸੀਂ ਪਾਕਿਸਤਾਨ ਨਾਲ ਲੜਾਈ ਨਹੀਂ ਚਾਹੁੰਦੇ ਹੈਗੇ, ਵੀ ਵਾਂਟ ਟ੍ਰੇਡ ਨਾਟ ਵਾਰ। ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਖੁਸ਼ਹਾਲੀ ਦੀਆਂ ਹੈਗੀਆਂ ਤੇ ਸਟੈਂਡ ਦੀਆਂ ਹੈਗੀਆਂ। ਹਰਸਿਮਰਤ ਕਰਕੇ ਜਾ ਕੇ ਉੱਥੇ ਸਾਈਨ ਕਰ ਦਿਓ ਕਿ ਸਾਡਾ ਮੰਡੀਕਰਨ ਲੈ ਜਾਓ। ਅਮਰਿੰਦਰ ਜਾ ਕੇ ਉੱਥੇ BSF ਨੂੰ ਪੰਜਾਬ ਪੁਲਿਸ ਦੇ ਹੱਕ ਦੇ ਦਿੰਦਾ ਹੈਗਾ, ਜੋ ਕਿ ਕਨਸਟੀਟਿਊਸ਼ਨਲੀ ਇਨਕਰੈਕਟ ਹੈ। ਜਿਹੜਾ ਲਾਅ ਐਂਡ ਆਰਡਰ ਹੈ ਸਟੇਟ ਸਬਜੈਕਟ ਹੈ। ਸੋ ਇਹ ਸਾਰੇ ਸੈਂਟਰ ਨੂੰ ਦੇਣ ਵਾਸਤੇ, ਆਪਣੀਆਂ ਗੱਦੀਆਂ ਬਣਾਉਣ ਵਾਸਤੇ ਹੈਗੇ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਜ਼ ਦ ਓਨਲੀ ਪਾਰਟੀ ਜਿਹਨੇ ਸਟੈਂਡ ਲਾ ਕੇ ਆਪਣੇ ਪੰਜਾਬ ਦੇ ਫਾਇਦੇ ਦੀ ਗੱਲ ਕੀਤੀ ਹੈ। ਮਾਨ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।